ढोल मास्टर कत्ल केस की तरह का एक और अलमनाक कत्ल सामने आ गया। मानावाला में शकीला रानी महबूबा ने अपने आशिक ज़िम्मेदार अशफाक हुसैन की जायदादें कैसे हड़प कीं। महबूबा ने आशिक को कंगाल करके उसे कैसे कत्ल किया, सवा महीना लाश को कहाँ छुपाए रखा और आखिरकार कैसे पकड़ी गई। तो देखते रहें, क्योंकि कुछ देखे ना देखे खलील तो देखेगा। नाज़रीन, इस वक्त हम मानावाला के गांव वाड़ा चंगड़ा में मौजूद हैं। यहाँ पर अशफाक नामी नौजवान, जिसे जो कि एक सवा महीना पहले घर से गया और आज तक वापस नहीं आया। अब उसके बारे में मालूम हुआ है कि गांव की एक औरत के साथ उसके तल्लुकात थे और उसने वो औरत भी अब पकड़ी जा चुकी है। वो सियालकोट में उसका कहना है कि उन्होंने उसे नहर में फेंक दिया था, मगर अभी तक उसकी लाश भी नहीं मिली है। हम सारे हालात व वाक़यात के लिए यहाँ पर मौजूद हैं। हम अशफाक की बीवी से बात करते हैं कि ये सारे वाक़यात कैसे रूनमा हुए। जी, ਉਹ ਘਰ ਸੱਦ ਕੇ ਫੋਨ ਕਰਦੀ ਸੀ, ਘਰ ਉਹਨੂੰ ਟਿਕਣੇ ਨਹੀਂ ਸੀ ਦਿੰਦੀ। ਘਰ ਟਿਕ ਨਹੀਂ ਸੀ ਦਿੰਦੀ, ਆਉਂਦਾ ਸੀ ਗੇੜਾ ਲਾ ਕੇ ਘਰੋਂ ਬਾਹਰ ਚੱਲ ਜਾਂਦਾ ਸੀ। ਗੇੜਾ ਲਾ ਕੇ ਉਹ ਫਿਰ ਹਾਲੇ ਗੇੜਾ ਘਰ ਲਾਉਂਦੀ ਸੀ, ਫਿਰ ਫੋਨ ਕਰ ਦਿੱਤੀ ਸੀ। ਫੋਨ ਕਰਕੇ ਫਿਰ ਸੱਦ ਲੈਂਦੀ ਸੀ। ਉਦੋਂ ਵੀ ਉਹਨੇ ਫੋਨ ਕਰਕੇ ਉਹਨੂੰ ਘਰੋਂ ਬੁਲਾਇਆ। ਘਰੋਂ ਬੁਲਾ ਕੇ ਉਹਨੇ ਆਖਿਆ ਵੀ ਮੈਂ ਤੇਰੇ ਨਾਲ ਨਿਕਾਹ ਕਰਨਾ ਹੈ, ਤੂੰ ਘਰੋਂ ਚੱਲ ਪਈ ਉੱਥੇ ਸਿਆਲਕੋਟ। ਉਸ ਸਿਆਲਕੋਟ ਜਾ ਕੇ ਇਹਨੇ ਇਹ ਕੰਮ ਕੀਤਾ ਹੈ ਵੀ ਉਹਨੂੰ ਪਤਾ ਨਹੀਂ 2 ਦਿਨ ਪਹਿਲਾਂ ਇੱਥੇ ਆ ਗਈ ਹੈ। 2 ਦਿਨ ਪਹਿਲਾਂ ਇੱਥੇ ਆਣ ਕੇ ਮੁੜ ਕੇ ਇਹਨੇ ਵੀ 2 ਦਿਨ ਪਹਿਲਾਂ ਇੱਥੇ ਆਣ ਕੇ ਅਤੇ ਉਹ ਅਸੀਂ ਪਤਾ ਕਰਾਇਆ ਉੱਧਰੋਂ। ਅਸੀਂ ਉਦੋਂ ਪਤਾ ਕਰਾਇਆ ਅਤੇ ਇੱਥੇ ਸੀ। ਮੁੜ ਕੇ ਪਤਾ ਨਹੀਂ ਵੀ ਉਹਨੇ ਮਾਰ ਕੇ ਸਾਨੂੰ ਇਹ ਕਹਿੰਦੀ ਸੀ ਵੀ ਮੈਨੂੰ ਹੁਣ ਇਹ ਜਵਾਬ ਦਿੱਤਾ ਹੈ ਵੀ ਮੈਂ ਮਾਰ ਕੇ ਅਤੇ ਨਹਿਰੇ ਰੋੜ ਦਿੱਤਾ ਹੈ। अच्छा, वो औरत का की नाम है? ਸ਼ਕੀਲਾ ਬੀਬੀ, ਸ਼ਕੀਲਾ ਰਾਣੀ। अच्छा, शकीला रानी हुण उन्होंने पुलिस ने फड़ लिया है। ਹਾਂਜੀ, ਪੁਲਿਸ ਨੇ ਹੁਣ ਫੜ ਲਿਆ ਉਹਨੂੰ। ਪੁਲਿਸ ਨੇ ਫੜ ਕੇ ਲੈ ਗਈ ਏ। ਹੁਣ ਉਹ ਆਂਦੀ ਏ ਵੀ ਮੇਰਾ ਬੇਟਾ ਮੇਰੇ ਨਾਲ ਏ। अच्छा, वो शकीला रानी ने बयान दिता है कि उन्हें ते ओहदे बेटे ने रल के अशफाक नूं कत्ल कर दिता है। ਹਾਂਜੀ, ਕਤਲ ਕਰ ਦਿੱਤਾ ਹੈ। ਉਹਨੇ ਬੇਟੇ ਨੇ ਤੇ ਉਹਨੇ ਸ਼ਕੀਲਾ ਰਾਣੀ ਨੇ ਰਲ ਕੇ ਉਹਨੂੰ ਕਤਲ ਕਰ ਦਿੱਤਾ ਹੈ ਤੇ ਉਹ ਕਹਿੰਦੀ ਵੀ ਮੈਂ ਨਹਿਰ में डाल ਦਿੱਤਾ ਹੈ। अच्छा, वो कहती है कि असीं नहर 'ਚ सुट दिता है, तो फिर लाश बरामद हुई है कि नहीं? ਨਹੀਂ, ਲਾਸ਼ ਬਰਾਮਦ ਨਹੀਂ ਹੋਈ। ਅੱਜ ਤੋਂ ਅਜ ਸਵਾ ਮਹੀਨਾ ਹੋ ਗਿਆ ਉਹਨੂੰ। सवा महीना हो गया। अच्छा, तुसीं ये दसो कि ਇਹਦੇ ਤਲਕਾਤ ਸ਼ਕੀਲਾ ਰਾਣੀ ਨਾਲ ਅਸ਼ਫਾਕ ਦੇ ਕਿੰਨੀ ਦੇਰ ਤੋਂ ਸਨ? ਇਹ ਤੋਂ 10 ਕੁ ਸਾਲ ਹੋ ਗਏ ਸੀ। 10 ਸਾਲ ਤੋਂ ਪਹਿਲਾਂ ਦੀ ਗੱਲ ਹੀ ਆ। ਅਤੇ 10 ਸਾਲ ਹੋ ਗਏ ਇਹਦੀ ਜਿੰਨਾ ਚਿਰ ਦੀ ਸ਼ਕੀਲਾ ਰਾਣੀ ਦੀ ਇਹਦੇ ਨਾਲ ਮੁਲਾਕਾਤ ਹੁੰਦੀ ਸੀ। ਇਹ ਫੋਨ ਕਰਦਾ ਸੀ, ਘਰ ਨਹੀਂ ਸੀ ਟਿਕਣ ਦਿੰਦਾ। ਘਰ ਆਉਂਦਾ ਸੀ, ਰੋਟੀ ਵੀ ਨਹੀਂ ਸੀ ਚੱਜ ਨਾਲ ਖਾਂਦਾ, ਫੋਨ ਕਰ ਦਿੰਦੀ ਸੀ। ਅੱਛਾ, ਤੇ ਤੁਹਾਡੇ ਕਿੰਨੇ ਬੱਚੇ ਨੇ? ਮੇਰੇ ਬੱਚੇ ਨੇ 4 ਬੇਟੀਆਂ ਨੇ, 1 ਬੇਟਾ ਹੈ। ਤੁਹਾਡੇ 5 ਬੱਚੇ ਨੇ, ਤੇ ਸ਼ਕੀਲਾ ਰਾਣੀ ਦੇ ਕਿੰਨੇ ਬੱਚੇ ਨੇ? ਸ਼ਕੀਲਾ ਰਾਣੀ ਦੇ 3 ਬੇਟੇ ਨੇ, 2 ਬੇਟੀਆਂ ਨੇ। ਸ਼ਕੀਲਾ ਰਾਣੀ ਦੇ ਵੀ 5 ਬੱਚੇ ਨੇ, ਤੁਹਾਡੇ ਵੀ 5 ਬੱਚੇ ਨੇ। ਤੇ ਇਹ ਸ਼ਕੀਲਾ ਰਾਣੀ ਜਿਹੜੀ ਹੈ ਕਿੱਥੋਂ ਦੀ ਰਹਿਣ ਵਾਲੀ ਹੈ? ਇਹ ਸਿਆਲਕੋਟ ਦੀ ਆਊਗੋ ਕੀ ਰਹਿਣ ਵਾਲੀ ਹੈ। ਸਿਆਲਕੋਟ ਦੇ ਇਲਾਕੇ ਅੱਗੋ ਕੀ ਦੀ ਰਹਿਣ ਵਾਲੀ ਹੈ। ਇੱਥੇ ਕਿਸ ਤਰ੍ਹਾਂ ਰਹਿੰਦੀ ਸੀ? ਇੱਥੇ ਵੀ ਪਿੰਡ ਦੀ ਨਹੁੰ ਸੀ। ਇੱਥੇ ਉਹਦੇ ਵੀ ਉਧਰ ਉਸ ਪਾਸੇ ਵਿਆਹੀ ਸੀਗੀ। ਅੱਛਾ, ਇਸ ਪਿੰਡ ਦੇ ਵਿੱਚ ਤੁਹਾਡੇ ਪਿੰਡ 'ਚ ਸ਼ਕੀਲਾ ਰਾਣੀ ਦੀ ਸ਼ਾਦੀ ਹੋਈ ਸੀ। ਹਾਂਜੀ। ਇਹ ਕੋਈ ਤੁਹਾਡੇ ਕੋਈ ਰਿਸ਼ਤੇਦਾਰ ਸਨ? ਨਹੀਂ, ਸਾਡੇ ਰਿਸ਼ਤੇਦਾਰ ਕੋਈ ਨਹੀਂ ਸੀ। ਤੇ ਇਹਦੇ ਫਿਰ ਅਸ਼ਫਾਕ ਨਾਲ ਕਿਸ ਤਰ੍ਹਾਂ ਤਲਕਾਤ ਬਣ ਗਏ? ਤਲੋਕਾਤ ਕਿ ਅੱਲਾ ਜਾਣੇ ਭਾਈ ਕਿਸ ਤਰ੍ਹਾਂ ਬਣਾਇਆ ਤਲੋਕਾਤ। ਤੈਨੂੰ ਪਤਾ ਫੋਨ ਕਰਕੇ ਤਲੋਕਾਤ ਤੇ ਬਣਾ ਹੀ ਲੈਂਦੇ ਆ। ਅੱਛਾ, ਸ਼ਕੀਲਾ ਰਾਣੀ ਨਾਲ 10 ਸਾਲ ਤੋਂ ਇਹਦੇ ਤਲਕਾਤ ਚੱਲ ਰਹੇ। ਤੁਹਾਡੇ ਨਾਲ ਅਸ਼ਫਾਕ ਦਾ ਜਿਹੜੇ ਤਲਕਾਤ ਉਹ ਕਿਸ ਤਰ੍ਹਾਂ ਸਨ? ਕਿ ਬੱਚਿਆਂ ਨਾਲ ਠੀਕ ਰਹਿੰਦਾ ਸੀ, ਤੁਹਾਡੇ ਨਾਲ ਠੀਕ ਰਹਿੰਦਾ ਸੀ? ਨਹੀਂ, ਸਾਡੇ ਨਾਲ ਠੀਕ ਨਹੀਂ ਸੀ ਰਹਿੰਦਾ। ਸਾਡੇ ਨਾਲ ਲੜਾਈਆਂ ਗੋਲੀ ਕਰਦਾ ਹੁੰਦਾ ਸੀ, ਲੜਦਾ ਵੀ ਹੁੰਦਾ ਸੀ ਉਹਦੇ ਉੱਤੋਂ ਵੀ। ਮਤਲਬ ਤੁਸੀਂ ਉਹਨੂੰ ਮਨਾ ਕਰਦੇ ਸੋ ਵੀ ਉਹਦੇ ਕੋਲ ਨਾ ਜਾਇਆ ਕਰ? ਮਨਾ ਕਰਦੇ ਸੀ, ਉਹਦੇ ਕੋਲ ਨਾ ਜਾਇਆ ਕਰ। ਉਹ ਅੱਗੋਂ ਵੀ ਸਾਡੇ ਨਾਲ ਘਰ ਲੜਾਈ ਕਰਦਾ ਸੀ ਵੀ ਮੈਨੂੰ ਉੱਧਰੋਂ ਨਾ ਡੱਕੋ। ਤੇ ਸ਼ਕੀਲਾ ਰਾਣੀ ਦੇ ਬੱਚੇ ਤੇ ਬੇਟਾ ਉਹਦਾ ਜਾਂ ਉਹਦਾ ਖਾਮਦ ਉਹਨੂੰ ਨਹੀਂ ਸੀ ਮਨਾ ਕਰਦੇ?
ਨਹੀਂ ਜੀ, ਉਹ ਨਹੀਂ ਸੀ ਕਰਦਾ। ਉਹ ਮਨਾ ਨਹੀਂ ਸੀ ਕਰਦੇ, ਕੀ ਵਜ੍ਹਾ ਸੀ? ਵਜ੍ਹਾ ਇਹੋ ਹੀ ਸੀ, ਫੋਨ ਕਰਦੇ ਸੀ ਤੇ ਪੈਸੇ ਖਾਂਦੀ ਸੀ, ਅਥਰਾ ਥਾਂ ਤਿੱਥਾ ਵੇਚ ਕੇ ਉਹਨੂੰ ਖਵਾ ਛੱਡਿਆ। ਅੱਛਾ, ਤੁਹਾਡੀ ਕਿੰਨੀ ਜਗ੍ਹਾ ਸੀ ਜਿਹੜੀ ਉਹਨੇ ਵੇਚ ਕੇ ਉਹਨੂੰ ਖਵਾ ਦਿੱਤੀ? ਹਵੇਲੀ ਅੱਜ ਹਵੇਲੀ ਵੇਚੀ ਆ, ਉਹ ਵੀ ਉਹਨੂੰ ਖਵਾ ਛੱਡੀ ਆ। ਇੱਕ ਵੀਗਾ ਵੇਚਿਆ ਵਾ, ਉਹ ਵੀ ਉਹਨੂੰ ਖਵਾ ਛੱਡਿਆ ਵਾ। ਸਾਰਾ ਘਰ ਬਾਰ ਦਾ ਵੀ ਡੰਗਰ ਮਾਲ ਸੀ, ਉਹ ਵੀ ਮੱਝਾਂ ਸੀ 2, ਉਹ ਵੀ ਖਵਾ ਛੱਡੀਆਂ ਹੈ। ਤੁਹਾਡੇ ਘਰ ਦੇ ਹਾਲਾਤ ਵਾਕਈ ਬਹੁਤ ਜਿਹੜੇ ਨਾ ਉਹ ਕਾਬਲੇ ਰਹਿਮ ਹੈਗੇ ਨੇ। ਤੇ ਵੇਖਣਾ ਹੁਣ ਇਹ ਹੈ ਕਿ ਅਸ਼ਫਾਕ ਜਦੋਂ ਗਿਆ ਹਾਂਜੀ। ਘਰੋਂ, ਉਹਦੇ ਕੋਲ ਕੋਈ ਪੈਸੇ ਵੀ ਸਨ ਜਾਂ ਉਹ ਕਿਸ ਤਰ੍ਹਾਂ ਸਿਆਲਕੋਟ ਪਹੁੰਚਿਆ? ਪੈਸੇ ਵੀ ਸਨ, ਕੁਛ ਹੈਗੇ ਸੀਗੇ ਉਹਦੇ ਕੋਲ, ਕੁਛ ਸਾਡੇ ਕੋਲੋਂ 10,000 ਰੁਪਇਆ ਘਰੋਂ ਲੈ ਕੇ ਗਿਆ ਹੈ। ਕੁਛ ਉਹਨੇ ਇੱਥੋਂ ਫੀਟਰ ਵੇਚਿਆ ਹੈ, ਕੁਛ ਨਾਲ ਫੀਟਰ ਦੀ ਪਈ ਸੀ ਗੋਟਬਲ ਦੀ, ਉਹ ਵੀ ਵੇਚੀ ਸੀ, ਤੇ 50,000 ਉੱਥੋਂ ਰੱਤੀਆਂ ਤੋਂ ਲੈ ਕੇ ਆਇਆ ਹੈ। ਤੇ ਟੋਟਲ ਕਿੰਨੀ ਰਕਮ ਸੀਗੀ ਉਹਨੇ ਜਿਹੜੀ ਉਹਨੂੰ ਦਿੱਤੀ ਸੀ? ਟੋਟਲ ਹੁਣ 4 ਲੱਖ ਰੁਪਇਆ ਉਹਦੇ ਕੋਲ ਹੋਣਾ ਹੈ ਟੋਟਲ। ਅੱਛਾ, ਇਹਦੇ ਤਲਕਾਤ ਉਹਦੇ ਨਾਲ 10 ਸਾਲ ਤੋਂ ਸਨ, 4 ਲੱਖ ਰੁਪਇਆ ਵੀ ਇਹਨੇ ਉਹਨੂੰ ਦਿੱਤਾ ਹੋਇਆ ਸੀ। ਤੇ ਹੁਣ ਉਹਨੂੰ ਉੱਥੇ ਲਿਜਾ ਕੇ ਇਹਦੇ ਕਤਲ ਕਰਨ ਦੀ ਵਜ੍ਹਾ ਕੀ ਬਣੀ? ਕਤਲ ਕਿਉਂ ਕੀਤਾ ਉਹਨੇ? ਉਹਦੇ ਤਲਕਾਤ ਵੀ ਅੱਛੇ ਸਨ। ਪੈਸੇ ਮੰਗਦਾ ਸੀ ਹੁਣ ਵੀ ਮੇਰੇ ਪੈਸੇ ਦੇ, ਇਸ ਵਜ੍ਹਾ ਤੋਂ ਉਹਨੇ ਕਤਲ ਕਰਤਾ। ਤੇ ਹੁਣ ਤੁਸੀਂ ਹਕੂਮਤ ਅੱਗੇ ਜਾਂ ਕੀ ਕਹਿਣਾ ਚਾਹੋਗੇ? ਹਕੂਮਤ ਅੱਗੇ ਕੀ ਕਹਿਣਾ ਚਾਹੋਗੇ? ਉਹਨੂੰ ਇਹੋ ਕਹਿਣਾ ਚਾਹੋਗੇ ਵੀ ਮੇਰੇ ਬੱਚਿਆਂ ਦਾ ਵਾਲੀ ਵਾਰਸ ਨਹੀਂ ਕੋਈ ਵੀ ਹੈਗਾ। ਮੇਰੇ ਛੋਟੇ ਛੋਟੇ ਬੱਚੇ ਨੇ, ਨਿੱਕੇ ਨਿੱਕੇ ਆ, ਕੋਈ ਕੰਮ ਕਾਰ ਨਹੀਂ ਕਰਨ ਜੋਗੇ ਹੈਗੇ, ਨਾ ਕੋਈ ਮੇਰਾ ਅੱਗਾ ਪਿੱਛਾ ਹੈਗਾ ਵੀ ਕੋਈ ਜਿਹੜਾ ਇਹਨਾਂ ਦੇ ਮਗਰ ਖਵਾਉਣ ਜੋਗਾ ਨਹੀਂ ਕੋਈ ਵੀ ਹੈਗਾ। ਤੁਸੀਂ ਜਿਹੜੀ ਮੁਲਜ਼ਮਾ ਹੈ ਉਹ ਫੜੀ ਜਾ ਚੁੱਕੀ ਹੈ, ਪੁਲਿਸ ਕੋਲ ਤੁਸੀਂ ਗਏ ਸੀ, ਪੁਲਿਸ ਵਾਲਿਆਂ ਕੀ ਕਿਹਾ? ਪੁਲਿਸ ਵਾਲਿਆਂ ਨੇ ਵੀ ਇਹੋ ਹੀ ਦੱਸਿਆ, ਪੁਲਿਸ ਵਾਲਿਆਂ ਵੀ ਹੁਣ ਤੁਰੇ ਨੇ, ਉਹਨਾਂ ਨੇ ਸਾਨੂੰ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ। ਨਹੀਂ, ਪੁਲਿਸ ਵਾਲਿਆਂ ਨੇ ਤੁਹਾਨੂੰ ਉਹਨਾਂ ਨੂੰ ਕੀ ਕਿਹਾ ਹੈ ਕਿ ਉਹ ਪਰਚਾ ਤੁਹਾਡਾ ਦਿੱਤਾ ਹੈ ਜਾਂ ਨਹੀਂ ਦਿੱਤਾ? ਹਾਂਜੀ 300 ਹਾਲੇ 302 ਦਾ ਨਹੀਂ ਗਿਆ, 300 ਕਿੰਨੇ ਦਾ ਦਰਖਾਸਤ ਦਿੱਤੀ ਆ ਉਹਨੇ। ਮਤਲਬ ਹੈ ਕਿ ਤੁਹਾਡਾ ਪਰਚਾ ਉਹਨਾਂ ਨੇ ਅਗਵਾ ਦਾ ਦਿੱਤਾ ਹੈ ਤੇ 302 ਤੇ ਹੁਣ ਉਹ ਕਨਫਰਮ ਉਦੋਂ ਹੋ ਜਾਏਗੀ ਨਾ ਜਦੋਂ ਲਾਸ਼ ਮਿਲੇਗੀ। ਹਾਂਜੀ, ਉਹਨਾਂ ਨੂੰ ਅਸੀਂ ਡੱਕੀਦਾ ਸੀ, ਉਧਰੋਂ ਇਹ ਨਹੀਂ ਸੀ ਰੁਕਦਾ ਹੁੰਦਾ, ਉਧਰ ਜਾਂਦਾ ਸੀਗਾ, ਉਹ ਉੱਥੋਂ ਅਸੀਂ ਡੱਕੀਦਾ ਸੀ ਉਧਰੋਂ ਵੀ ਨਾ ਜਾ, ਉਹ ਘਰ ਝਗੜਾ ਲੜਾਈ ਕਰਦਾ ਸੀ। ਅਸੀਂ ਉਹਨਾਂ ਨੂੰ ਬੜਾ ਡੱਕਿਆ ਸੀ, ਉਹ ਨਹੀਂ ਸੀ ਡੱਕਿਆ ਰਹਿੰਦਾ। ਉਹ ਕਹਿੰਦਾ ਸੀ ਮੈਂ ਜਾਣਾ ਉੱਧਰ, ਉਧਰੋਂ ਸਾਡੇ ਜੋ ਸਾਰਾ ਮੱਝਾਂ ਮੁੱਝਾਂ ਜੋ ਸਾਰੀ ਜਾਇਦਾਦ ਸਾਰਾ ਬਾਹਰੋਂ ਵੇਚ ਵੱਟ ਕੇ ਉਹਨੂੰ ਖਵਾ ਛੱਡਿਆ। ਜੋ ਸਾਰਾ ਕੁਛ ਸਾਨੂੰ ਕੋਈ ਪਤਾ ਥੋ ਨਹੀਂ ਸਾਨੂੰ ਲੱਗਾ, ਇਸੇ ਦਾ ਸਾਡੀ ਲਾਸ਼ ਸਾਨੂੰ ਨਹੀਂ ਲੱਭੀ, ਸਾਨੂੰ ਲਾਸ਼ ਦਾ ਪਤਾ ਲੱਗਣਾ ਚਾਹੀਦਾ ਹੈ। ਤੇ ਲਾਸ਼ ਤੇ ਆ ਜਾਏਗੀ। ਤੇ ਸ਼ਕੀਲਾ ਬੀਬੀ ਨੂੰ ਪੁਲਿਸ ਨੇ ਫੜ ਲਿਆ ਹੈ, ਅੱਗੋਂ ਉਹਨੇ ਕਿਹਾ ਹੈ ਕਿ ਉਹਦਾ ਬੇਟਾ ਵੀ ਕਤਲ ਕਰਨ 'ਚ, ਨਹਿਰ 'ਚ ਸੁੱਟਣ 'ਚ ਉਹਦੇ ਨਾਲ ਸ਼ਾਮਲ ਹੈ। ਉਹਦੇ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਉਹ ਛੁੱਟੇ ਨਾ, ਉਹ ਜਿਸ ਤਰ੍ਹਾਂ ਮੇਰਾ ਖਾਮਦ ਉਹਨੇ ਕਤਲ ਕੀਤਾ ਹੈ ਉਸ ਤਰ੍ਹਾਂ ਹੀ ਉਹ ਹੋਵੇ। ਮਤਲਬ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਫੜ ਕੇ ਲਾਸ਼ ਜਿਹੜੀ ਹੈ ਨਾ ਉਹ ਤੁਹਾਡੇ ਹਵਾਲੇ ਕੀਤੀ ਜਾਵੇ ਹਾਂਜੀ, ਤੇ ਸਾਡੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਏ? ਹਾਂਜੀ, ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਏ, ਉਹਨਾਂ ਨੂੰ ਪਤਾ ਲੱਗ ਜਾਵੇ ਵੀ ਇਹ ਕਿਸ ਤਰ੍ਹਾਂ ਕਤਲ ਕਰੀਦਾ ਹੈ ਤੇ ਕਿਸ ਤਰ੍ਹਾਂ ਹੁੰਦਾ है। हम अशफाक के ताया से बात करते हैं कि वो इस मामले में क्या कहते हैं। जी, ਮੈਂ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਦਾ ਮੁਆਸ਼ਰਾ ਚੱਲ ਰਿਹਾ ਸੀ ਤਕਰੀਬਨ 8-10 ਸਾਲ ਤੋਂ, ਔਰ ਉਹਨਾਂ ਦੇ ਘਰ ਵੀ ਉਹ ਤਕਰੀਬਨ 4 ਸਾਲ ਲਗਾਤਾਰ ਰਿਹਾ, ਡੰਗਰ ਵੀ ਉਹਦੇ ਸੀ। ਉਹਦੇ ਬਾਅਦ ਇਹਦੇ ਕੋਈ ਗੜਬੜ ਹੋ ਗਈ, ਉਹਨਾਂ ਨੇ ਮਾਰਿਆ ਇਹਨੂੰ ਤੇ ਇਹ ਇੱਧਰ ਆ ਗਿਆ ਆਪਣੇ ਘਰ ਉਹਦੇ ਵੀ ਮਤਲਬ ਹਰ ਵਕਤ ਝਗੜਾ ਰਹਿੰਦਾ ਸੀ। ਉਹਦੇ ਬਾਅਦ ਜਿਸ ਦਿਨ ਗਿਆ ਹੈ 11 ਤਰੀਕ ਨੂੰ, ਉਹਦੇ ਬਾਅਦ 13-14 ਦਿਨਾਂ ਬਾਅਦ ਪਤਾ ਚੱਲਿਆ ਕਿ ਸਾਨੂੰ ਅਸ਼ਫਾਕ ਨਹੀਂ ਆਇਆ, ਤੇ ਅਸੀਂ ਨਾਵੇਂ ਨੂੰ ਕਢਾਉਂਦੇ ਰਹੇ ਕਿ ਮਤਲਬ ਜ਼ਿੰਦਾ ਜਾਂ ਨਹੀਂ, ਤੇ ਜਿਹਦੇ ਕੋਲ ਕਢਾਇਆ ਉਹਨੇ ਕਹਿੰਦੀ ਉਹ ਮਰ ਗਿਆ। ਉਹਦੇ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਆ, ਰਬੜ ਲਿਖਾਈ ਆ, ਤੇ ਖਾਨ ਸਾਹਿਬ ਨੂੰ ਵੀ ਦੱਸਿਆ। ਖਾਨ ਸਾਹਿਬ ਨੇ ਕਿਹਾ ਕਿ ਕੋਈ ਗੱਲ ਨਹੀਂ, ਉਹਨੇ ਜਾ ਕੇ SHO ਨੂੰ ਕਿਹਾ। 2 ਦਿਨ ਫਿਰ ਡਾਟਾ ਇਹਨਾਂ ਕੱਢਿਆ ਰਿਕਾਰਡ, ਤੇ ਫਿਰ ਜਦ ਟੇਸਟ ਕਰਦੇ ਕਰਦੇ ਪਹੁੰਚੇ ਨੇ, ਤੇ ਫਿਰ ਉਹ ਬੰਦਾ ਜਿਹੜਾ ਫੜ ਕੇ ਲਿਆਂਦਾ ਜਿਹਦੇ ਨਾਂ 'ਤੇ ਸੇਮ ਸੀ, ਉਹਨੇ ਦੱਸਿਆ ਕਿ ਬੰਦਾ ਮਾਰਦਾ। ਅੱਛਾ, ਇਹ ਤੁਸੀਂ ਮਹੀਨਾ ਸਵਾ ਮਹੀਨਾ ਉਹਨੂੰ ਲੱਭਦੇ ਰਹੇ ਕਿ ਤੁਹਾਨੂੰ ਨਹੀਂ ਸੀ ਪਤਾ ਕਿ ਉਹ ਕਿੱਥੇ ਗਾਇਬ ਹੋ ਗਿਆ, ਤੇ ਜਦੋਂ ਕਿ ਤੁਹਾਨੂੰ ਤਾਂ ਪਤਾ ਸੀ ਕਿ ਇਹਦੇ ਉਹ ਸ਼ਕੀਲਾ ਰਾਣੀ ਦੇ ਨਾਲ ਤਲਕਾਤ ਹੈਗੇ ਨੇ, ਤੇ ਉਹ ਕੀ ਕਹਿੰਦੇ ਸਨ?
ਨਹੀਂ ਉਹਦੇ ਗਏ ਹੀ ਨਹੀਂ ਇਹ, ਉਸ ਵੱਲ ਗਏ ਹੀ ਨਹੀਂ। ਇਹਨੇ ਕਿਹਾ ਪਹਿਲਾਂ ਤੇ ਨੰਬਰ ਡਾਟਾ ਕਢਾਓ ਨਾ, ਟਰੇਸ ਕਰੋ, ਤੇ ਆਖਰ ਤੇ ਜਿਹੜਾ ਫਿਰ ਹੋਏਗਾ ਨਾ ਹਿਸਾਬ ਕਿਤਾਬ ਉਹ ਲਾਵਾਂਗੇ। ਇਹਨਾਂ ਫਿਰ ਡਾਟਾ ਸ਼ਾਟਾ ਟਰੇਸ ਕੀਤਾ ਤੇ ਉਹ ਸਿਆਲਕੋਟ ਦਾ ਲੱਗਾ ਬਾਗੜੀਆਂ ਜਾਂ ਬਗਿਆੜੀ ਹੈ, ਸਾਨੂੰ ਤਾਂ ਪਤਾ ਨਹੀਂ। ਉੱਥੋਂ ਫਿਰ ਰੇਡ ਕਰਕੇ ਨਾ ਬੰਦਾ ਫੜ ਕੇ ਲੈਂਦਾ, ਉਹਨੇ ਫਿਰ ਦੱਸਿਆ ਕਿ ਬੰਦਾ ਜਿੰਦਾ ਨਹੀਂ, ਬੰਦਾ ਮਾਰਤਾ। ਅਸੀਂ ਕਿਹਾ ਜਿਹੜੇ ਸਿਮ 'ਤੇ ਕਾਲ ਹੁੰਦੀ ਰਹੀ ਹੈ, ਤੇਰੀ ਸਿਮ ਤੋਂ ਕਾਲ ਆਈ ਹੈ ਸਾਨੂੰ, ਤੇਰੇ ਸ਼ਨਾਖਤੀ ਕਾਰਡ 'ਤੇ ਇਸ਼ੂ ਹੋਈ ਹੈ। ਉਹਨੇ ਕਿਹਾ ਮੇਰੇ ਕਾਰਡ ਸਿਮ ਗੁੰਮ ਹੋ ਗਈ ਆ। ਆਖੀ ਕਿਤੇ ਪਤਾ ਨਹੀਂ ਫਿਰ ਲੱਭੀ ਨਹੀਂ, ਬਾਅਦ ਟਰੇਸ ਕਰ ਲਈ ਹੋਣੀ ਹੈ ਨਾ, ਕਿ ਉਹ ਜਦੀਦ ਸਿਸਟਮ ਹੈਗਾ। ਸ਼ਕੀਲਾ ਰਾਣੀ ਫੜੀ ਗਈ, ਉਹਦੇ ਨਾਲ ਕੋਈ ਬੰਦਾ ਵੀ ਫੜਿਆ ਗਿਆ? ਉਹਦੇ ਨਾਲ ਪਹਿਲਾਂ ਇੱਕ ਬੰਦਾ ਜਿਹੜਾ ਫੜ ਕੇ ਨਾ, ਜਿਹਦੇ ਨਾਂ 'ਤੇ ਸਿਮ ਸੀ, ਜਿਹਦੇ ਕਾਲਾਂ ਆਉਂਦੀਆਂ ਜਾਂਦੀਆਂ ਸੀ, ਉਹਨੂੰ ਫੜ ਕੇ ਲਿਆਂਦਾ ਸੀ। ਹਾਂਜੀ, ਉਦੋਂ ਬਾਅਦ ਫਿਰ ਉਹਨੇ ਦੱਸਿਆ ਨਾ, ਜਦੋਂ ਫਿਰ ਉਹਦੀ ਮਾਂ, ਉਹਦਾ ਭਰਾ ਸ਼ਕੀਲ, ਇਹ ਦੋਵੇਂ ਇੱਥੇ ਥਾਣੇ ਆਏ। ਇਹ ਪੁਲਿਸ ਵਾਲਿਆਂ ਉਹਨਾਂ ਨੂੰ ਕਿਹਾ ਕਿ ਵੀ ਤੁਹਾਡਾ ਤਾਂ ਫਿਲਹਾਲ ਗੁਨਾਹ ਕੋਈ ਨਹੀਂ ਨਾ, ਅਗਰ ਨਿਕਲ ਫਿਰ ਤੁਹਾਨੂੰ ਆਉਣਾ ਪੈਣਾ, ਅਤੇ ਇਸ ਵਾਸਤੇ ਤੁਸੀਂ ਜਾਓ। ਅਤੇ ਹੁਣ ਉਹਨਾਂ ਕਿਹਾ ਕਿ ਜਨਾਨੀ ਦੇ ਮੁੰਡਾ ਵੀ ਮੇਰੇ ਨਾਲ ਹੈ, ਅਤੇ ਹੁਣ ਕੱਲ੍ਹ ਦਾ ਕਿਹਾ ਉਹਨੂੰ ਕਿ ਮਤਲਬ ਮੁੰਡੇ ਨੂੰ ਪੇਸ਼ ਕਰ। ਅੱਛਾ, ਤੇ ਇਹ ਸਵਾ ਮਹੀਨਾ ਹੋ ਗਿਆ ਹੈ ਤੇ ਹੁਣ ਸ਼ਕੀਲਾ ਫੜੀ ਗਈ ਹੈ, ਤੇ ਉਹਦਾ ਬੇਟਾ ਜਿਹੜਾ ਆ ਉਹ ਮਫਰੂਰ ਹੈ ਜਾਂ ਫੜਿਆ ਗਿਆ? ਉਹਦੇ ਨਾਲ ਮਫਰੂਰ ਹੈ, ਉਹਦੇ ਨਾਲ ਮਫਰੂਰ ਹੈ। मगवी अशफाक के 5 बच्चे हैं, 4 बेटियां हैं और 1 बेटा है। हम उसके बेटे से बात करते हैं कि वो इस बारे में क्या कहता है। जी बेटा, क्या नाम है आपका? उमर फरूक। उमर फ़रूक, तुम्हारी कितनी उम्र है? 12 साल है। 12 साल। पढ़ते हो तुम? नहीं, पढ़ते नहीं हो, क्या करते हो? कुछ नहीं, गाय रखी है। अच्छा, गां रखी है, तो गां ਦਾ ਕੀ ਕਰਦੇ ਹੋ? दूध दे दो दुकान से 2 किलो। ਅੱਛਾ, 2 ਕਿਲੋ ਦੁੱਧ ਦਿੰਦੀ ਹੈ ਤੇ ਉਹ ਵੇਚ ਕੇ ਤੇ ਉਹਦੇ ਨਾਲ ਗੁਜ਼ਾਰਾ ਕਰਦੇ ਹੋ? हाँ जी। ਤੇ ਪਹਿਲੇ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਸੀ? हाँ जी, पहला कि अबू कि करदा करदा सी ਅੱਛਾ, ਅੱਬੂ ਪਹਿਲੇ ਕੰਮ ਕਰਦੇ ਸੀਗੇ। काम कोई नहीं करते, उस गाय दे सिर ते वाई भी। ਅੱਛਾ, ਉਹ ਜ਼ਿਮੀਂਦਾਰਾ ਕਰਦੇ ਸਨ ਤੇ ਘਰ ਦਾ ਸਿਸਟਮ ਅੱਬੂ ਹੀ ਚਲਾਉਂਦਾ ਸੀ। हाँ जी, ਤੇ ਫਿਰ ਅੱਬੂ ਤੇਰਾ ਕੀ ਹੋਰ ਕੀ ਕਰਦਾ ਸੀ? कोई नहीं, जिम्मेदारी करदा सी, मझां रखियां सी, मझां बेच दित्तियां ते मझां बेच के गया। ਮੱਝਾਂ ਉਹਨੇ ਕਿਉਂ ਵੇਚੀਆਂ? पता नहीं जी। ਅੱਛਾ, ਤੇ ਹੁਣ ਤੁਹਾਨੂੰ ਪਤਾ ਚੱਲਿਆ ਕਿ ਤੇਰਾ ਅੱਬੂ ਜਿਹੜਾ ਹੈ, ਉਹ ਸਿਆਲਕੋਟ ਸ਼ਕੀਲਾ ਰਾਣੀ, ਉਹਨੂੰ ਤੂੰ ਜਾਣਦਾ? हाँ जी, ਉਹ ਕੀ ਮਸਲਾ ਬਣਿਆ ਫਿਰ? पता इत्थों गया कि लोड़ रिश्का लैन चलां ते अग्गों पता किद्धर गया। ਅੱਛਾ, ਤੁਹਾਨੂੰ ਕਿਹਾ ਗਿਆ ਸੀ ਰਕਸ਼ਾ ਲੈਣ ਗਿਆ, ਤੇ ਪੈਸੇ ਵੀ ਸਨ ਉਹਦੇ ਕੋਲ? ਕਿੰਨੇ ਪੈਸੇ ਸਨ? पैसे घरों 10,000 रुपया खड़ा, कुछ ਉਹਦੇ कोई है पहले। ਹੋਣਾ ਕੋਈ 4 ਲੱਖ ਬਣ। ਤੇ ਸ਼ਕੀਲਾ ਜਿਹੜੀ ਹੈ ਉਹਦੇ ਕੋਲੋਂ ਇਹਨੇ ਕਿੰਨੇ ਪੈਸੇ ਲੈਣੇ ਸਨ? ਮੈਂ 4 ਲੱਖ ਰੁਪਇਆ ਉਹਦੇ ਅਕਾਊਂਟ ਦੇ ਵਿੱਚ ਸੀਗਾ। 4 ਲੱਖ ਰੁਪਏ ਲੈਣਾ ਸੀ। ਹੁਣ ਸ਼ਕੀਲਾ ਜਿਹੜੀ ਆ ਉਹ ਤੁਹਾਡੇ ਨਾਲ ਘਰ ਵੀ ਆਉਂਦੀ ਹੁੰਦੀ ਸੀ? ਨਹੀਂ ਜੀ, ਤੁਹਾਡੇ ਘਰ ਨਹੀਂ ਸੀ ਆਉਂਦੀ? ਤੇ ਉਹ ਉਹਨਾਂ ਦਾ ਘਰ ਤੁਹਾਡੇ ਘਰ ਤੋਂ ਕਿੰਨੀ ਦੂਰ ਹੈ? तो बाबू हटवा वो पाले बने हैं। नाज़रीन, वाड़ा चंगड़ा के अशफाक जो कि घर से गए और सवा महीना हो चुका है, अभी तक घर वापस नहीं आए। 5 बच्चे हैं उनके, और उनके बारे में हम गांव के ये बुज़ुर्ग हैं हमारे पास, इनसे तफसीलात जानते हैं। जी बुज़ुर्गों, दसो। मैं जी अपना बाहर बैठा हो जाके बह गया, ਉਹ ਮੁੰਡਾ ਸ਼ਬਾਗ ਵੀ ਤੇ ਆਪਣਾ ਗਲੀ ਵੀ ਤੇ ਆਪਸ ਵਿੱਚ ਲੜ ਰਹੇ ਨੇ, ਸਲੂਕ ਨਾ ਕਰੋ, ਲੜਦੇ ਗਏ। ਆਂਦਾ ਆਪਣਾ ਨਹੀਂ ਮੈਨੂੰ ਬੇਇੱਜ਼ਤ ਬੜਾ ਕੀਤਾ, ਮੈਨੂੰ ਬੇਇੱਜ਼ਤ ਬੜਾ ਕੀਤਾ। ਮੈਂ ਬੇਇੱਜ਼ਤ ਕੀਤਾ, ਬੇਇੱਜ਼ਤ ਨਾ ਕਰ। ਉਹਨੇ ਸਿੱਧੇ ਪੈਸੇ ਮੰਗਦੇ, ਪੈਸੇ ਦੇ। ਆਂਦਾ ਨਹੀਂ, ਮੈਂ 5,000 ਰੁਪਇਆ 5,000 ਮੇਰੇ ਸਾਹਮਣੇ ਦੇ ਦਿੱਤਾ। ਉਹਦਾ ਬਾਕੀ ਮੇਰੇ ਕੋਲ ਹੈ ਨਹੀਂ। ਇੱਥੋਂ ਮੈਂ ਲੜਦੇ ਆਪਣਾ ਹਟਾ ਤੇ ਮੈਂ ਦਫਾ ਕਰ ਇਹਨਾਂ ਮੇਰੇ ਡੇਰੇ ਡੰਗਰ ਲੈ ਆਇਆ ਖੋਲ ਕੇ, ਉਹਨੂੰ ਲੜ ਕੇ ਉਹਨਾਂ ਲੜ ਕੇ ਮੇਰੇ ਡੇਰੇ 'ਤੇ ਖੋਲ ਕੇ ਲਿਆਇਆ ਡੰਗਰ। ਮੈਂ ਹੁਣ ਚੰਗਾ ਨਾ ਤੈਨੂੰ ਹਟਾਉਂਦੇ ਰਿਹਾ, ਤੂੰ ਕੁੜੀ ਹੈ ਨਹੀਂ ਹਟਿਆ। ਅਖੀਰ ਆਪਣੀ ਜਾਨ ਗਵਾਲੀ ਧੀ ਜਾਵੇ, ਹੁਣ ਆਪਣਾ ਤੈਨੂੰ ਮੌਜਾਂ ਖਿਆਲ ਜਾ ਤੇ ਘਰ ਨਹੀਂ ਠੀਕ। ਸਾਰੇ ਆਖਿਆ ਕਿ ਨਹੀਂ ਹਟਿਆ। ਅਖੀਰ ਵਾਢੀਆਂ ਕਰਾਉਂਦੀ ਨਾਲ, ਮੂੰਜੀ ਆਪਣਾ ਵਧਾਉਂਦੀ ਰਹੀ ਨਾਲ, ਹਰ ਸ਼ਾ ਕਰਦੀ ਰਹੀ। ਘਰ ਨਹੀਂ ਆਈ, ਘਰ ਨਹੀਂ ਆਈ। ਘਰ ਬੱਚੀ ਦੇ ਖਿਲਾਫ ਸੀ। ਇਸ ਨੂੰ ਹਟਾਉਂਦੇ ਆਪਣਾ ਵਿਚਾਰਾ ਹਾਲਾਤ ਹੋ ਗਏ ਨਾ। ਕਿੰਨੀ ਇਹਦੇ ਕੋਲ ਅਸ਼ਫਾਕ ਦੀ ਕਿੰਨੀ ਜਗ੍ਹਾ ਸੀ ਜਿਹੜੀ ਉਹਨੇ ਵੇਚ ਕੇ ਉਹਨੂੰ ਖਵਾ ਦਿੱਤੀ? ਕਿੱਲਾ ਤੇ 8 ਲੱਖ ਦਾ ਉਹ ਵੇਚਿਆ, 3-4 ਲੱਖ ਦੀਆਂ ਮੱਝਾਂ ਉਹ ਵੇਚੀਆਂ। ਹਰ ਸ਼ਾ ਖਾ ਪੀ ਗਈ। ਅਖੀਰ ਹੁਣ 4 ਲੱਖ ਰੁਪਇਆ 5 ਨਗਦ ਦਿੱਤਾ ਉਹਨੇ ਅਮਨ ਨੂੰ। ਉਹ ਵੀ ਆਂਦਾ ਮੈਨੂੰ ਉਹ ਦੇ ਦੇ ਮੈਨੂੰ।
ਉਹ ਨਹੀਂ ਦਿੱਤਾ ਉਹਨੇ। ਅਖੀਰ ਉਹਨੇ ਸੱਦ ਕੇ ਉੱਥੇ ਮਰਾ ਛੱਡਿਆ। ਤੇ ਇੱਥੇ ਵੀ ਉਹ ਮਿਲ ਲੈਂਦੇ ਸੀ, ਉੱਥੇ ਫਿਰ ਇਹ ਕੀ ਲੈਣ ਗਿਆ? ਉੱਥੇ ਨੂੰ ਸੱਦਿਆ ਕਿ ਆ ਪੈਸੇ ਲੈ ਜਾਣਗੇ। ਉੱਥੇ ਜਾਣੂ ਨਿਕਾਲਤਾ। ਕਿੰਨੇ ਪੈਸੇ ਇਹਨੇ ਲੈਣੇ ਸਨ? 4 ਲੱਖ ਤੇ ਨਗਦ ਦਿੱਤਾ ਸੀ ਨਾ। 4 ਲੱਖ ਨਗਦ ਦਿੱਤਾ, ਬਾਕੀ ਤੇ ਪਹਿਲੀ ਤਾਂ ਖਾ ਵੀ ਗਏ ਖਾਂਦੇ ਰਹੀ ਤੇ ਨਹੀਂ ਉਹ ਆਪਣਾ ਗੱਲ ਬਣੀ ਨਹੀਂ ਦਿੱਤੇ ਨੇ। ਅਖੀਰ ਮੈਂ ਆਹ 4000 ਰੁਪਇਆ ਦੇ ਦੇ, 4 ਲੱਖ ਮੈਂ ਆਪਣਾ ਬੱਚੇ ਨੂੰ ਪਾਲਾਂਗਾ। ਅਖੀਰ ਉਹਨੇ ਸੱਦ ਕੇ ਉੱਥੇ ਮਰਾ ਦਿੱਤਾ। ਕਿਸੇ ਨੇ ਮਾਰਿਆ, ਕਿਸੇ ਨੇ ਨਹੀਂ ਮਾਰਿਆ। ਇਹ ਨਹੀਂ ਗੱਲ ਤੇ ਮੈਂ ਆਪਣੀ ਅੱਖੀਂ ਵੇਖੀ ਹੈ ਨਾ। ਅੱਛਾ, ਤੁਸੀਂ ਇਹ ਸਾਰਾ ਆਪਣੀ ਅੱਖਾਂ ਨਾਲ ਵਾਕਿਆ ਵੇਖਿਆ, ਤੁਸੀਂ ਉਹਨੂੰ ਸਮਝਾਇਆ ਨਾ ਫਿਰ? ਬੜਾ ਸਮਝਾਇਆ ਜੀ, ਬਹੁਤ ਸਮਝਾਇਆ। ਆਉਂਦਾ ਨਹੀਂ ਮੇਰੀ ਭੈਣ ਹੈ, ਕਦੀ ਕੁਛ ਕਰਦਾ, ਕੁਛ ਕਰਦਾ। ਵੱਡੀਆਂ ਸਿਕਰੌੜੀਆਂ ਗਿਰਗਲੀਆਂ ਮਾਰਨੀਆਂ। ਅਸੀਂ ਆਖਿਆ ਭੈਣ ਬੇਹਜ਼ਾਰ ਜਨਾਨੀਆਂ ਨਾ ਇਹ ਹਟ ਜਾ ਪਿਛੇ, ਨਹੀਂ ਹਟਿਆ। ਅਖੀਰ ਆਪਣੀ ਜਾਨ ਗਵਾ ਲਈ ਆ। ਬਸ ਇਹ ਗੱਲਾਂ ਮੈਂ ਤੇ ਆਂਦਾ ਨਹੀਂ ਹਟਿਆ। ਹੁਣ ਕੀ ਹੋਣਾ ਚਾਹੀਦਾ? ਹੁਣ ਇਹਦਾ ਸਜ਼ਾ ਮਿਲਣੀ ਚਾਹੀਦੀ ਹੈ, ਫਾਂਸੀ ਹੋਣੀ ਚਾਹੀਦੀ ਹੈ ਵੀ ਬੱਚਿਆਂ ਦਾ ਬਸ ਕੋਈ ਨਹੀਂ। ਇਹ ਇਸ਼ਫਾਕ ਤੁਹਾਡਾ ਕੀ ਲੱਗਦਾ? ਬੜੇ ਬਾਤ। ਅੱਛਾ, ਤੁਸੀਂ ਉਹਦੇ ਇਸ਼ਫਾਕ ਦੇ ਮਾਮੂ ਜੇ, ਤੁਹਾਡੀ ਭੈਣ ਦਾ ਬੇਟਾ। मामे नौजवान अशफाक ने एक 5 बच्चों की मां शकीला रानी से अपने नाजायज़ तल्लुकात उस्तवार कर लिए और उनका मुआशका जो है 8-10 साल से चल रहा था। तो उसका अब ड्रॉप सीन जो है वो हो गया है, क्योंकि गांव के लोग और इनके घर वाले इन दोनों को इस बात से मना करते रहे, मगर वो बाज ना आए। तो अशफाक ने अपनी ज़मीनें जायदादें सब कुछ बेचकर शकीला रानी को खिला दिया। अब 4 लाख रुपया जो कि उसने अशफाक ने शकीला रानी को उधार दिया हुआ था, उसकी वापसी का वो मुतालबा कर रहा था। तो शकीला रानी जो कि शातिर औरत थी, उसने उसे अपने मेके सियालकोट के गांव अगो की बुलवाया और वहां पर बुलाकर उसने अपने बेटे के हमरा उसे नहर में फेंक दिया, जिसकी लाश को लेने के लिए या वो मकाम जहाँ पर इसने वो लाश को उसने ठिकाने लगाया गए हुए हैं पुलिस वाले। तो इन लोगों का कहना है कि पुलिस इनके साथ इंतहाई मानावाला पुलिस, थाना मानावाला पुलिस इनके साथ इंतहाई अच्छा सलूक कर रही है। और उन्होंने आज वो लाश को ढूंढने के लिए उस औरत को लेकर वहाँ पे गए हुए हैं। तो कहने की बात ये है कि ऐसे वाक़यात कब तक नमूदार होते रहेंगे, जिनमें घरों को उजाड़ने में औरतों का बड़ा हाथ है, मगर हमारे माशरे में औरत को मज़लूम कहा जाता है। इसी तरह का एक वाक़या मानावाला में ढोल मास्टर कत्ल केस, बिल्कुल उसी से मिलता जुलता ये वाक़या है। तो नाज़रीन, इसी के साथ ही अपने मेज़बान खलील अहमद सज्जाद को इजाज़त दीजिए, क्योंकि कोई देखे ना देखे, खलील तो देखेगा।